कौन होवेगा अगला दलाई लामा? किवें ਬਣਿਆ ਜਾਂਦਾ ਹੈ ਦਲਾਈ ਲਾਮਾ? ਕਿਵੇਂ ਹੁੰਦੀ ਹੈ ਚੋਣ? 6 ਜੁਲਾਈ ਨੂੰ ਮੌਜੂਦਾ ਦਲਾਈ ਲਾਮਾ ਟੈਂਜ਼ਿਨ ਗਿਆਤਸੇ ਦਾ 90ਵਾਂ ਜਨਮ ਦਿਨ ਹੈ। ਇਸ ਵਿਚਕਾਰ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਉਹ ਆਪਣੇ ਜਨਮ ਦਿਨ ਤੋਂ ਪਹਿਲਾਂ ਉੱਤਰਾਧਿਕਾਰੀ ਦਾ ਐਲਾਨ ਕਰ ਸਕਦੇ ਨੇ। ਤਾਂ ਕੀ ਤੁਹਾਨੂੰ ਪਤਾ ਹੈ ਕਿ ਆਖਰ ਦਲਾਈ ਲਾਮਾ ਬਣਿਆ ਕਿਵੇਂ ਜਾਂਦਾ ਹੈ? ਇਸ ਦੀ ਚੋਣ ਪ੍ਰਕਿਰਿਆ ਕੀ ਹੈ? ਤੁਹਾਨੂੰ ਦੱਸ ਦਈਏ ਕਿ ਦਲਾਈ ਲਾਮਾ ਨੂੰ ਚੁਣਿਆ ਨਹੀਂ ਸਗੋਂ ਲੱਭਿਆ ਜਾਂਦਾ ਹੈ। ਦਲਾਈ ਲਾਮਾ ਤਿੱਬਤੀ ਬੁੱਧ ਧਰਮ ਦੇ ਸਭ ਤੋਂ ਵੱਡੇ ਅਧਿਆਤਮਿਕ ਗੁਰੂ ਨੇ। ਬੁੱਧ ਧਰਮ ਦੇ ਵਿਸ਼ਵ ਪ੍ਰਸਿੱਧ ਆਗੂ ਦਲਾਈ ਲਾਮਾ 6 ਜੁਲਾਈ ਨੂੰ ਆਪਣਾ 90ਵਾਂ ਜਨਮ ਦਿਨ ਮਨਾਉਣ ਜਾ ਰਹੇ ਨੇ। ਇਸ ਵੱਡੇ ਮੌਕੇ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰ ਸਕਦੇ ਨੇ। ਹਾਲਾਂਕਿ ਅਧਿਕਾਰਕ ਤੌਰ ਤੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਪਰ ਕੇਂਦਰੀ ਤਿੱਬਤੀ ਪ੍ਰਸ਼ਾਸਨ ਯਾਨੀ ਕਿ ਸੀਟੀਏ ਦੇ ਕਈ ਮੰਤਰੀਆਂ ਨੇ ਇਹ ਸੰਭਾਵਨਾ ਨੂੰ ਮਜ਼ਬੂਤ ਕੀਤਾ ਹੈ। ਇਹਨਾਂ ਦੇ ਵਿੱਚ ਸੀਟੀਏ ਦੇ ਪ੍ਰਧਾਨ, ਡਿਪਟੀ ਸਪੀਕਰ ਆਦਿ ਸ਼ਾਮਲ ਨੇ। ਦਲਾਈ ਲਾਮਾ ਦਾ 90ਵਾਂ ਜਨਮ ਦਿਨ ਧਰਮਸ਼ਾਲਾ ਦੇ ਮੈਕਲੋਡਗੰਜ ਦੇ ਵਿੱਚ ਮਨਾਇਆ ਜਾਵੇਗਾ। ਸੀਟੀਏ ਦੇ ਬੁਲਾਰੇ ਨੇ ਦੱਸਿਆ ਕਿ ਧਾਰਮਿਕ ਸਮਾਗਮ 2 ਜੁਲਾਈ ਤੋਂ ਸ਼ੁਰੂ ਹੋਣਗੇ। ਹੁਣ ਗੱਲ ਕਰਦੇ ਹਾਂ ਕਿ ਆਖਰ ਦਲਾਈ ਲਾਮਾ ਬਣਿਆ ਕਿਵੇਂ ਜਾਂਦਾ ਹੈ, ਇਸ ਦੀ ਚੋਣ ਪ੍ਰਕਿਰਿਆ ਕੀ ਹੈ। ਤੁਹਾਨੂੰ ਦੱਸ ਦਈਏ ਕਿ ਦਲਾਈ ਲਾਮਾ ਨੂੰ ਚੁਣਿਆ ਨਹੀਂ ਸਗੋਂ ਲੱਭਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੌਤ ਮਗਰੋਂ ਦਲਾਈ ਲਾਮਾ ਨਵੇਂ ਸਰੀਰ ਦੇ ਵਿੱਚ ਪੁਨਰ ਜਨਮ ਲੈਂਦੇ ਨੇ। ਇਸ ਤੋਂ ਪਹਿਲਾਂ ਭਿਕਸ਼ੂ ਕੁਝ ਅਧਿਆਤਮਿਕ ਸੰਕੇਤਾਂ ਦਾ ਡੂੰਘਾਈ ਦੇ ਨਾਲ ਅਧਿਐਨ ਕਰਦੇ ਨੇ। ਇਸ ਦੌਰਾਨ ਸੀਨੀਅਰ ਭਿਕਸ਼ੂ ਜੋ ਸੁਪਨੇ ਦੇਖਦੇ ਨੇ, ਉਹਨਾਂ ਦੇ ਵਿੱਚ ਆਏ ਚਰਿੱਤਰਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਮੌਤ ਸਮੇਂ ਦਲਾਈ ਲਾਮਾ ਦੀ ਦੇਹ ਕਿਸ ਦਿਸ਼ਾ ਦੇ ਵਿੱਚ ਜਾਂ ਫਿਰ ਕਿਸ ਸਥਿਤੀ ਦੇ ਵਿੱਚ ਪਈ ਸੀ। ਸੰਸਕਾਰ ਸਮੇਂ ਧੂਏ ਦੀ ਦਿਸ਼ਾ ਨੂੰ ਵੀ ਸੰਕੇਤ ਮੰਨਿਆ ਜਾਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦਲਾਈ ਲਾਮਾ ਦਾ ਜਨਮ ਕਿਸ ਦਿਸ਼ਾ ਜਾਂ ਫਿਰ ਕਿਸ ਇਲਾਕੇ ਦੇ ਵਿੱਚ ਹੋਇਆ ਹੈ। ਇੱਕ ਝੀਲ ਜਿਸ ਦਾ ਨਾਮ ਲਹਾਮੋ ਲਾਤਸੋ ਹੈ, ਭਿਕਸ਼ੂ ਇੱਥੇ ਬੈਠ ਕੇ ਧਿਆਨ ਕਰਦੇ ਨੇ। ਕਿਹਾ ਜਾਂਦਾ ਹੈ ਕਿ ਝੀਲ ਦੇ ਪਾਣੀ ਦੇ ਵਿੱਚ ਵੀ ਅਗਲਾ ਦਲਾਈ ਲਾਮਾ ਕੌਣ ਹੈ, ਇਸ ਦਾ ਸੰਕੇਤ ਮਿਲਦਾ ਹੈ। ਇਹਨਾਂ ਸੰਕੇਤਾਂ ਮਗਰੋਂ ਭਿਕਸ਼ੂ ਤਿੱਬਤੀ ਤੇ ਹਿਮਾਲਿਆਈ ਇਲਾਕਿਆਂ ਦੇ ਵਿੱਚ ਯਾਤਰਾ ਕਰਦੇ ਨੇ ਤੇ ਅਜਿਹੇ ਬੱਚੇ ਦੀ ਤਲਾਸ਼ ਕੀਤੀ ਜਾਂਦੀ ਹੈ ਜਿਸ ਦਾ ਜਨਮ ਦਲਾਈ ਲਾਮਾ ਦੀ ਮੌਤ ਦੇ ਸਮੇਂ ਤੇ ਹੋਇਆ ਹੋਵੇ। ਇਹਨਾਂ ਸੰਕੇਤਾਂ ਮਗਰੋਂ ਭਿਕਸ਼ੂ ਤਿੱਬਤੀ ਤੇ ਹਿਮਾਲਿਆਈ ਇਲਾਕਿਆਂ ਦੀ ਯਾਤਰਾ ਕਰਦੇ ਨੇ ਤੇ ਅਜਿਹੇ ਬੱਚਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਜਨਮ ਦਲਾਈ ਲਾਮਾ ਦੀ ਮੌਤ ਦੇ ਸਮੇਂ ਦੇ ਵਿੱਚ ਹੋਇਆ ਹੋਵੇ ਅਤੇ ਉਹਨਾਂ ਦੇ ਵਿੱਚ ਕੋਈ ਵਿਸ਼ੇਸ਼ ਗੁਣ ਜਾਂ ਉਹਨਾਂ ਦੇ ਵਿੱਚ ਕੁਝ ਮਹੱਤਵਪੂਰਨ ਗੱਲਾਂ ਯਾਦ ਰਹਿੰਦੀਆਂ ਨੇ। ਇਸ ਗੱਲਾਂ ਨੂੰ ਦੇਖਿਆ ਜਾਂਦਾ ਹੈ। ਇਸ ਤੋਂ ਬਾਅਦ ਇਹਨਾਂ ਬੱਚਿਆਂ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ। ਬੱਚਿਆਂ ਨੂੰ ਕੁਝ ਵਸਤੂਆਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਪੁਰਾਣੇ ਦਲਾਈ ਲਾਮਾ ਦੀਆਂ ਖਾਸ ਹੁੰਦੀਆਂ ਨੇ ਤੇ ਕੁਝ ਆਮ ਵਸਤੂਆਂ ਦਿੱਤੀਆਂ ਜਾਂਦੀਆਂ ਨੇ। ਜਿਹੜਾ ਬੱਚਾ ਦਲਾਈ ਲਾਮਾ ਦੀਆਂ ਖਾਸ ਵਸਤੂਆਂ ਨੂੰ ਚੁਣਦਾ ਹੈ, ਉਸ ਬੱਚੇ ਨੂੰ ਦਲਾਈ ਲਾਮਾ ਦਾ ਪੁਨਰ ਜਨਮ ਮੰਨਿਆ ਜਾਂਦਾ ਹੈ। ਜੇਕਰ ਉਹ ਬੱਚਾ ਕਿਸੇ ਵਸਤੂ ਨੂੰ ਪਛਾਣ ਲੈਂਦਾ ਹੈ ਤਾਂ ਇਸ ਨੂੰ ਹੋਰ ਵੀ ਗੂੜਾ ਸੰਕੇਤ ਮੰਨਿਆ ਜਾਂਦਾ ਹੈ ਕਿ ਉਹੀ ਅਗਲਾ ਦਲਾਈ ਲਾਮਾ ਹੋਵੇਗਾ। ਇਸ ਸਭ ਤੋਂ ਬਾਅਦ ਜੋਤਿਸ਼ੀ ਗਣਨਾ ਹੁੰਦੀ ਹੈ ਅਤੇ ਅਧਿਆਤਮਿਕ ਚਰਚਾਵਾਂ ਹੁੰਦੀਆਂ ਨੇ। ਜਦੋਂ ਸਾਰੀਆਂ ਗੱਲਾਂ ਮੇਲ ਖਾ ਜਾਂਦੀਆਂ ਨੇ ਤਾਂ ਬੱਚੇ ਨੂੰ ਨਵਾਂ ਦਲਾਈ ਲਾਮਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਬੱਚੇ ਨੂੰ ਇੱਕ ਮੱਠ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਅਧਿਆਤਮਿਕ ਸਿਖਲਾਈ ਦਿੱਤੀ ਜਾਂਦੀ ਹੈ। ਸਾਲਾਂ ਦੀ ਸਾਧਨਾ ਮਗਰੋਂ ਇਸ ਨੂੰ ਦਲਾਈ ਲਾਮਾ ਦਾ ਦਰਜਾ ਮਿਲਦਾ ਹੈ। ਪਰ ਹੁਣ ਸਵਾਲ ਇਹ ਹੈ ਕਿ ਜਦੋਂ ਮੌਜੂਦਾ ਦਲਾਈ ਲਾਮਾ ਜਿਉਂਦਾ ਹੈ ਤਾਂ ਆਖਰ ਹੁਣ ਪੁਨਰ ਜਨਮ ਦੀ ਖੋਜ ਕਿਵੇਂ ਕੀਤੀ ਜਾਵੇਗੀ? ਅਗਲੇ ਦਲਾਈ ਲਾਮਾ ਦੀ ਖੋਜ ਕਿਵੇਂ ਕੀਤੀ ਜਾਵੇਗੀ? ਮੌਜੂਦਾ ਦਲਾਈ ਲਾਮਾ ਦੇ ਵੱਲੋਂ ਪਹਿਲਾਂ ਹੀ ਇਹ ਕਹਿ ਦਿੱਤਾ ਗਿਆ ਕਿ ਉਹ ਆਪਣੇ ਜਿਉਂਦੇ ਜੀ ਹੀ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰਨਗੇ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਦਲਾਈ ਲਾਮਾ ਕੁਝ ਅਜਿਹੇ ਸੰਕੇਤ ਦੇ ਸਕਦੇ ਨੇ ਜਿਸ ਦੇ ਨਾਲ ਉਹਨਾਂ ਦਾ ਉੱਤਰਾਧਿਕਾਰੀ ਲੱਭਣ ਦੇ ਵਿੱਚ ਆਸਾਨੀ ਹੋਵੇਗੀ। ਤਾਂ 6 ਜੁਲਾਈ ਨੂੰ ਮੌਜੂਦਾ ਦਲਾਈ ਲਾਮਾ ਟੈਂਜ਼ਿਨ ਗਿਆਤਸੇ ਦਾ 90ਵਾਂ ਜਨਮ ਦਿਨ ਹੈ, ਜਿਸ ਦੇ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦਲਾਈ ਲਾਮਾ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰ ਸਕਦੇ ਨੇ। वो हमको सिखाता है कि we are the solution, हम ही समाधान है। युद्ध का, violence का, environmental destruction का, whatever it is that is facing our world today, all of the problems, His Holiness reminds us we are the solution in compassion, in love,
in inner peace within ourselves, and then we bring that and share that to all people of all colors, all cultures, all countries, all creeds, and even all species around the world. That we are here on this earth to be in peace, not in pieces. How we can make this world a better world, not a bitter world. हम लोग आज देख रहे हैं कि we are seeing the wars everywhere, but his clear message is not war, but the peace. Peace is the way, love is the way, compassion is the way. समय आया है हम पूरे वर्ल्ड को ये मैसेज दें, और यही हमारे देश के ऑनरेबल प्राइम मिनिस्टर का, श्री मोदी जी का मैसेज है कि शांति, अहिंसा, हिंसा नहीं, अहिंसा इज द वे, वार नहीं, प्यार इज द वे, लव इज द वे, हीलिंग इज द वे, हेल्प इज द वे, एंड हिज होलीनेस गिवन ऑलवेज दिस beautiful a green message, and we celebrate together here 90th celebration. I think it's not here only in Dharamshala, this is the blessing to the world. ये बहुत इम्पोर्टेंट मानते हैं क्योंकि दलाई लामा जी 16 वर्ष में उसने तिब्बत की वो पूरा अपने वो कंधे पर लिया। अब तो अभी 90 साल तक उतना संभालना बहुत मुश्किल है। हमारा स्थिति बहुत ख़राब है, और एक इतना साल तक उसने संभाला, ये हम लोग बहुत मानते हैं। इसीलिए आज उसका 90 जन्मदिन का ये हम लोग मान रहा था। आज हम सारे इंटरफेथ लीडर एक साथ एक मंच पर आए हैं, और सभी इंटरफेथ लीडर ने परम पावन दलाई लामा जी के बर्थडे पर ये भावना प्रकट की है कि युद्ध और हिंसा किसी समस्या का समाधान नहीं है। वार्ता के द्वारा, संवाद के द्वारा, पीस थ्रू डायलॉग के द्वारा हर समस्या को सुलझाया जा सकता है। हम सभी ने दलाई लामा जी के सुदीर्घ जीवन की कामना करते हुए ये कहा है कि धर्म हमें जोड़ना सिखाता है, तोड़ना नहीं सिखाता। धर्म के क्षेत्र में हिंसा, घृणा, भय और नफरत का कोई स्थान हो नहीं सकता। हमने ये भी कहा कि हम सभी अपने अपने धर्म का ईमानदारी से पालन करें, किंतु दूसरे धर्मों का भी आदर और सम्मान करें। यही हमारी भारत की महान संस्कृति रही है। अनेकता में एकता उसकी मौलिक विशेषता है। बहुलतावादी संस्कृति उसकी खूबी है। सर्वधर्म सद्भाव उसका मूल मंत्र है। और हिज होलीनेस दलाई लामा जी ने अपने पूरे जीवन में 90 वर्षों में यही संदेश बांटा है, प्यार का, सद्भावना का, मोहब्बत का। तो आइए हम इस दुनिया को खूबसूरत बनाने के लिए सारे इंटरफेथ लीडर मिलकर के कामना करते हैं कि हिज होलीनेस दलाई लामा सुदीर्घ जीवन तक जो है मानवता का मार्गदर्शन करते रहें। आइए, हमें युद्ध नहीं बुद्ध चाहिए। किडनी फेल, लीवर फेल, कैंसर या हार्ट की प्रॉब्लम, ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता। तो आयुर्वेद को अपनाओ, बीमारी की जड़ पर काम करो। 73504 73504